ਧੰਨ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਜੀਵਨ ਦੀ ਵਿਚਾਰ ਅਮਰ ਕਥਾ ਆਪਾਂ ਵਿਚਾਰਦੇ ਹਾਂ। ਬਚਨ ਮਹਾਰਾਜ ਦੇ ਐਸੇ ਨੇ ਜਿਨ੍ਹਾਂ ਨੂੰ ਪੜ੍ਹ ਸੁਣ ਕਰਕੇ ਬੰਦਾ ਸੰਸਾਰ ਵਿੱਚ ਆ ਕਰਕੇ ਜਦੋਂ ਲਾਗੂ ਕਰ ਲੈਂਦਾ ਮਹਾਰਾਜ ਦੇ ਬਚਨਾਂ ਨੂੰ, ਤਾਂ ਐਸੀ ਅਮਰ ਕਥਾ ਦੇ ਨਾਲ ਜੁੜ ਕੇ ਜੀਵਨ ਧਨ ਹੋ ਜਾਂਦਾ ਹੈ। ਜਿਉਣ ਦਾ ਸਲੀਕਾ ਤਰੀਕਾ ਜਿਹੜਾ ਸੰਸਾਰ 'ਚ ਰਹਿਣਾ, ਉਹ ਬੰਦਾ ਸਭ ਸਿੱਖ ਜਾਂਦਾ ਹੈ। ਜਗਤ ਜਲੰਦੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਤਾਰਦੇ ਕਿੱਥੇ ਪਹੁੰਚੇ ਹੋਇਆ ਜੀ। ਦਮਦਮਾ ਸਾਹਿਬ ਦੀ ਧਰਤੀ ਤੇ ਬੇਅੰਤ ਉੱਥੇ ਸੰਗਤਾਂ ਆਉਂਦੀਆਂ, ਮਹਾਰਾਜ ਤੋਂ ਕਿਰਪਾ ਕਰਾਉਂਦੇ, ਫੁਲਕਿਆਂ ਨੂੰ ਬਖਸ਼ਿਸ਼ ਹੋਈ। ਸਤਿਗੁਰਾਂ ਦੀਆਂ ਅਨੇਕਾਂ ਅਜਬਤਾਂ ਸੁਣ ਕੇ ਬੰਗੇਰੀਏ ਜੱਟ ਇਕੱਠੇ ਹੋ ਕੇ ਸਭ ਨੇ ਰੁਪਈਏ ਥਾਨ ਚੜਾਏ, ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਮਾਰਖੰਡ ਮਹਾਂ ਆਪ ਦੇ ਸਿੱਖਾਂ ਨੂੰ ਦਿੱਤਾ ਸੀ, ਜੋ ਬਠਿੰਡੇ ਬਲੀ ਦਿੱਤਾ ਸੀ। ਭਾਵ ਜਿਹੜਾ ਉਹ ਝੋਟੇ ਦੀ ਵਿਚਾਰ ਆਪਾਂ ਕੀਤੀ ਆ ਪਿੱਛੇ, ਉਹ ਕਹਿੰਦੇ ਸੀ ਮਾਰਖੰਡਾ ਉਹ ਝੋਟਾ ਜਿਹੜਾ ਸੀਗਾ ਸਿੱਖਾਂ ਨੂੰ ਦਿੱਤਾ ਸੀ, ਜਿਹੜਾ ਤੁਸੀਂ ਬਠਿੰਡੇ ਇੱਕ ਕਾਣੇ ਦੇਵ ਨੂੰ ਰਾਖਸ਼ ਨੂੰ ਕੱਢਣ ਵਾਸਤੇ ਬਲੀ ਵਾਸਤੇ ਝੋਟਾ ਲਿਆਂਦਾ ਸੀ, ਉਹ ਅਸੀਂ ਦਿੱਤਾ ਸੀ ਜੀ। ਉਹ ਗੁਨਾਹਾਂ ਸਾਨੂੰ ਮਾਫ ਕਰੋ। ਹੁਕਮ ਹੋਇਆ ਸਾਧ ਸੰਗਤ ਦੀ ਸੇਵਾ, ਸਤਨਾਮ ਦਾ ਜਾਪ ਕੀਤਾ, ਬੰਦਗੀ ਕਰਿਆ ਕਰੋ, ਰੱਬ ਰੱਬ ਜਪਿਆ ਕਰੋ, ਤੁਹਾਡੀ ਇੱਜ਼ਤ ਆਬਰੋ ਜਿਹੜੀ ਆ ਸਦਾ ਬਣੀ ਰਵੇਗੀ। ਮਹਾਰਾਜ ਦੇ ਬਚਨ ਹੋਏ ਤੇ ਕਹਿੰਦੇ ਆਪਣੀ ਮਾਰੀ ਆਪ ਖਾਓਗੇ, ਸਭ ਕੁਛ ਆਪ ਹੀ ਭੁਗਤੋਗੇ, ਆਪਣਾ ਜੋ ਜੀਵਨ ਸਾਧਨ ਹੈ ਸਫਲਾ ਬਣਾ ਲਓਗੇ। ਤੇ ਬਹੁਤ ਖੁਸ਼ੀ ਨਾਲ ਸਿੰਘ ਸਜੇ ਸਿਰ ਪਾਉ ਲੈ ਕਰਕੇ ਵਿਦਾ ਹੋਏ ਮਹਾਰਾਜ ਤੋਂ। ਤੇ ਇੱਕ ਦਿਨ ਰਾਏ ਡੱਲਾ ਤੇ ਹੋਰ ਕਈ ਸਰਦਾਰ ਗੁਰੂ ਸਾਹਿਬ ਜੀ ਦੇ ਨਾਲ ਸ਼ਿਕਾਰ ਤੇ ਗਏ। ਇੱਕ ਉੱਚੀ ਟਿੱਬੀ ਉੱਤੇ ਖੜੇ ਹੋ ਕੇ ਬਚਨ ਕੀਤਾ ਮਹਾਰਾਜ ਨੇ, ਕਹਿੰਦੇ ਦੇਖ ਡੱਲਿਆ ਕੈਸੀਆਂ ਕਣਕਾਂ ਨੇ, ਕੈਸੀਆਂ ਕਣਕਾਂ ਖੜੀਆਂ ਨੇ, ਸਾਂਭੋ ਇਹਨਾਂ ਨੂੰ, ਸਾਂਭ ਲੋ। ਮਹਾਰਾਜ ਆਖਣ ਲੱਗੇ ਇਹ ਤਾਂ ਉਲੋਹੇ ਖੇਤੀ ਤੇ ਘਾਹ ਦਾ ਤਲ ਜੰਮਿਆ ਹੋਇਆ। ਮਹਾਰਾਜ ਨੇ ਆਖਿਆ ਵੀ ਕਣਕਾਂ ਖੜੀਆਂ ਨੇ, ਵੀ ਸਾਂਭ ਲੋ ਇਹਨਾਂ ਨੂੰ। ਤੇ ਡੱਲਾ ਕਹਿੰਦਾ ਮਹਾਰਾਜ ਇਹ ਕਣਕ ਥੋੜੀ ਆ, ਇਹ ਕਣਕ ਥੋੜੀ ਆ, ਇਹ ਤਾਂ ਘਾਹ ਹੈ, ਖੋਹੀ ਤੇ ਘਾਹ ਤਲ ਜੰਮਿਆ ਹੋਇਆ, ਕਣਕ ਨਹੀਂ। ਥੋੜੀ ਦੇਰ ਬਾਅਦ ਮਹਾਰਾਜ ਫਿਰ ਬੋਲੇ, ਉਹ ਕਹਿੰਦੇ ਆ ਕਿੱਡੇ ਕਿੱਡੇ ਜੰਡਾਂ ਕਰੀਰਾਂ, ਪਿੱਛੋਂ ਲੰਬੇ ਹੋਏ ਜੰਡਾਂ ਕਰੀਰਾਂ ਬਣਾ ਨੂੰ ਵੇਖ ਕੇ ਮਹਾਰਾਜ ਬੋਲੇ, ਇਹ ਵੇਖ ਡੱਲਿਆ ਕਿਹੋ ਜੇ ਅੰਬ ਅਨਾਰ ਦਿਖਾਈ ਦੇ ਰਹੇ ਨੇ। ਡੱਲਾ ਹੱਸ ਕੇ ਆਖਣ ਲੱਗਿਆ ਮਹਾਰਾਜ ਇਹ ਤਾਂ ਜੰਡ ਕਰੀਰ ਨੇ, ਬਣ ਨੇ, ਬੇਰੀਆਂ ਨੇ, ਅੰਬ ਅਨਾਰ ਕਿੱਥੇ ਨੇ ਇੱਥੇ। ਥੋੜੀ ਦੇਰ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਫਿਰ ਬੋਲੇ, ਕਹਿੰਦੇ ਵੇਖ ਡੱਲਿਆ ਕਿਹੀਆਂ ਨਹਿਰਾਂ ਵਗ ਰਹੀਆਂ ਨੇ, ਨਹਿਰਾਂ ਝਲਕ ਰਹੀਆਂ ਨੇ। ਮਹਾਰਾਜ ਦੇ ਤੀਜੀ ਵਾਰੀ ਬਚਨ ਹੋਏ। ਉਹ ਫਿਰ ਹੱਸ ਕੇ ਆਖਣ ਲੱਗਿਆ ਡੱਲਾ, ਕਹਿੰਦਾ ਸਤਿਗੁਰੂ ਜੀ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ। ਇਹਦਾ ਕੱਕੇ ਰੇਤ ਦੀਆਂ ਕਿੰਗਰੀਆਂ ਟਿੱਬੀਆਂ ਉੱਤੇ ਹਨੇਰੀ ਚੱਲ ਰਹੀ ਆ, ਵਗ ਰਹੀ ਆ। ਕਿੱਥੇ ਇੱਥੇ ਨਹਿਰਾਂ ਨੇ, ਨਹਿਰਾਂ ਕਿੱਥੋਂ ਆ ਗਈਆਂ ਇੱਥੇ? ਕਿਉਂ ਮਹਾਰਾਜ ਮਖੌਲ ਮਜ਼ਾਕ ਕਰਦੇ ਹੋ? ਇੱਥੇ ਤਾਂ ਪਾਣੀ ਵੀ ਨਹੀਂ ਮਿਲਦਾ, ਮਹਾਰਾਜ ਤੁਸੀਂ ਨਹਿਰਾਂ ਦੀਆਂ ਗੱਲਾਂ ਕਰਦੇ ਹੋ। ਡੱਲਾ ਕਹਿੰਦਾ ਤਿੰਨੇ ਵਾਰੀ ਜਵਾਬ ਸੁਣ ਕੇ ਨਾ ਮਹਾਰਾਜ ਨੇ ਉਹਦੇ ਤੇ ਆਖਿਆ ਡੱਲਿਆ ਮਲਬਾ ਮਾਰਿਆ, ਤੁਹਾਨੂੰ ਸਵਾ ਪਹਿਰ ਦਿਨ ਚੜੇ ਅਕਲ ਆਇਆ ਕਰੂ।
ਜਾਂ ਪਿੱਛੋਂ ਪਛਤਾ ਕੇ ਫਿਰ ਸਮਝਿਆ ਕਰੋਗੇ ਜਦੋਂ ਟਾਈਮ ਲੰਘ ਜਾ ਕਰੂ। ਜੇ ਤੂੰ ਸਤ ਵਚਨ ਕਹਿ ਦਿੰਦਾ ਨਾ, ਆਖ ਦਿੰਦਾ, ਤਾਂ ਸਾਰੀ ਸਰਹੰਦ ਦੇ ਮੇਵੇ ਜਿਹੜੇ ਸੀ ਅਸੀਂ ਇੱਥੇ ਬਖਸ਼ ਦਿੰਦੇ, ਭਰ ਦੇਣੇ ਸੀ। ਤੂੰ ਨਾ ਕਰੀ ਗਿਆ, ਤਿੰਨੇ ਵਚਨ ਹੋ ਗਏ। ਜਾਂ ਹੁਣ ਇਹ ਵਚਨ ਸੱਚ ਹੋਣਗੇ, ਟਾਈਮ ਲੱਗੂ। ਫਿਰ ਇਹ ਵਚਨ ਹੋਏ ਜੀ ਸੱਚ ਜਿਹੜੇ ਨੇ। ਇਹ ਵਚਨ 1763 ਬਿਕਰਮੀ ਨੂੰ ਸੱਚ ਹੋਇਆ ਫਿਰ ਮਹਾਰਾਜ ਦਾ। ਨਹਿਰ ਜਿਹੜੀ ਹੈ ਫਿਰ ਉੱਥੇ ਤਕਰੀਬਨ 1941 ਬਿਕਰਮੀ ਨੂੰ ਚੱਲੀਆਂ ਨੇ ਨਹਿਰਾਂ ਉਸ ਇਲਾਕੇ 'ਚ, ਜਿਸ ਕਰਕੇ ਹੁਣ ਉੱਥੇ ਕਣਕ, ਕਮਾਦ, ਅੰਬ, ਅਨਾਰ ਹੋਣ ਲੱਗੇ ਨੇ। ਮਹਾਰਾਜ ਦੇ ਬਚਨ ਬਹੁਤ ਟਾਈਮ ਬਾਅਦ ਉਹ ਪੂਰੇ ਹੋਏ। ਤੇ ਅੱਗੇ ਗੁਰੂ ਜੀ ਦੇ ਪਾਸ ਕੋਟਕਪੂਰੇ ਦੇ ਗਿਰਦਨੇ ਬਾਹੀ ਦੀ ਸੰਗਤ ਆਈ। ਬੜੀ ਸ਼ਰਧਾ ਦੇ ਨਾਲ ਮੱਥਾ ਟੇਕ ਕੇ ਸਤਿਗੁਰਾਂ ਨੂੰ ਕਾਰ ਭੇਟਾ ਬਖਸ਼ਿਸ਼ ਕੀਤੀ। ਇਹ ਸਭ ਆਖਦੇ ਰਹੇ, ਮਹਾਰਾਜ ਸਤਿਗੁਰੂ ਜੀ ਸਾਨੂੰ ਬਖਸ਼ੋ, ਤੁਸਾਂ ਕਪੂਰੇ ਨੂੰ ਸ਼ਰਾਪ ਦਿੱਤਾ ਸੀ ਕਿ ਖੇ ਦਾ ਤੋਬਰਾ ਚਾੜ ਕੇ ਤੈਨੂੰ ਤੁਰਕ ਫਾਂਸੀ ਦੇਣਗੇ। ਤੁਸੀਂ ਕਪੂਰੇ ਨੂੰ ਬਚਨ ਕੀਤਾ ਸੀ। ਪਿੱਛੇ ਆਪਾਂ ਕਪੂਰੇ ਦਾ ਇਤਿਹਾਸ ਪੜ੍ਹਿਆ ਸੁਣਿਆ। ਤੁਹਾਡਾ ਬਚਨ ਮਹਾਰਾਜ ਉਹ ਸੱਚ ਹੋਇਆ। ਕਹਿੰਦੇ ਜਦ ਚੌਧਰੀ ਕਪੂਰੇ ਨੂੰ ਈਸੇ ਖਾਂ ਰਾਜਪੂਤ ਕੋਟ ਈਸੇ ਖਾਂ ਵਾਲੇ ਨੇ ਆਪਣੇ ਘਰ ਬੁਲਾ ਕੇ ਧੋਖੇ ਨਾਲ ਬੁਲਾ ਕੇ ਫਾਂਸੀ ਦੇਣਾ ਚਾਹਿਆ ਨਾ, ਮਾਰਨਾ ਕੀਤਾ, ਤਾਂ ਮਹਾਰਾਜ ਉਹਨੇ ਫਿਰ ਇਹੀ ਮੰਗਿਆ ਸੀ ਕਿ ਰੱਬ ਦੇ ਵਾਸਤੇ ਮੈਨੂੰ ਫਾਂਸੀ ਬੇਸ਼ੱਕ ਚਾੜ ਦਿਓ, ਪਰ ਮੇਰੇ ਮੂੰਹ ਅੱਗੇ ਖੇ ਦਾ ਤੋਬਰਾ ਭਰ ਕੇ ਚਾੜ ਦਿਓ, ਕਿਉਂਕਿ ਜੋ ਮੈਨੂੰ ਮੇਰੇ ਗੁਰੂ ਦਾ ਇਹ ਹੁਕਮ ਹੋਇਆ ਸਰਾਪ ਹੋਇਆ, ਭਾਵ ਕਿ ਬਚਨ ਹੋਇਆ, ਤੈਨੂੰ ਤੁਰਕ ਖੇ ਦਾ ਤੋਬਰਾ ਚੜਾ ਕੇ ਫਾਂਸੀ ਦੇ ਕੇ ਮਾਰਨਗੇ। ਜੇ ਤੁਸੀਂ ਤੋਬਰਾ ਨਾ ਚੜਾਓਗੇ ਤਾਂ ਮੈਨੂੰ ਫਿਰ ਜਨਮ ਮਰਨ ਦਾ ਚੱਕਰ ਲੈਣਾ ਪੈਣਾ, ਭਾਵ ਜਨਮ ਫਿਰ ਧਾਰਨਾ ਪਏਗਾ। ਇਹ ਬਾਤ ਸੁਣ ਕੇ ਗੁਰਮੁਖ ਉਹਨਾਂ ਤੁਰਕਾਂ ਨੇ ਫਿਰ ਜੀਕੂ ਕਪੂਰੇ ਨੇ ਕਿਹਾ, ਉਮੀ ਉਸੇ ਭਾਂਤ ਨੂੰ ਮਾਰ ਛੁੱਟਿਆ ਜੀ। ਖੇ ਦਾ ਤੋਬਰਾ ਚਾੜ ਕੇ ਉਹਨੂੰ ਫਿਰ ਮਾਰਿਆ, ਫਾਂਸੀ ਦਿੱਤੀ। ਉਹ ਕਹਿੰਦਾ ਜੇ ਤੁਸੀਂ ਇਹ ਬਚਨ ਨਾ ਕਰੋਗੇ ਪੂਰਾ ਤਾਂ ਫਿਰ ਮੈਂ ਜਨਮ ਮਰਨ ਦੇ ਚੱਕਰ 'ਚ ਪੈ ਜਾਣਾ, ਫਿਰ ਮੈਨੂੰ ਜਨਮ ਧਾਰਨਾ ਪਏਗਾ। ਗੁਰੂ ਦੇ ਬਚਨ ਨੇ ਮੈਂ ਮੁਕਤ ਹੋਣਾ ਚਾਹੁੰਦਾ। ਗੁਰੂ ਦੇ ਬਚਨਾਂ ਦੁਆਰਾ ਮੇਰੀ ਜਾਨ ਜਾਣ ਲੱਗੀ ਆ। ਮਹਾਰਾਜ ਤੁਸੀਂ ਕਿਰਪਾ ਕੀਤੀ, ਸਾਨੂੰ ਆਪਣੇ ਦਰਸ਼ਨ ਬਖਸ਼ੇ ਨੇ, ਸਾਡੇ ਤੇ ਮਿਹਰ ਕਰੋ, ਸਾਡੀਆਂ ਭੁੱਲਾਂ ਬਖਸ਼ੋ। ਇਸ ਤਰ੍ਹਾਂ ਭਾਵ ਮਹਾਰਾਜ ਨੇ ਜੋ ਬਚਨ ਕੀਤੇ ਉਹ ਪੂਰਨ ਹੋਏ ਜੀ। ਉਸ ਤੋਂ ਬਾਅਦ ਫਿਰ ਜਿਹੜਾ ਮੇਨ ਕਾਰਜ ਸੀ ਖਾਲਸੇ ਦਾ, ਗੁਰੂ ਸਾਹਿਬ ਜੀ ਨੇ ਪੂਰਾ ਕਰਨਾ, ਉਹ ਸਮਾਂ ਆਇਆ। ਸੰਗਤ ਸਤਿਗੁਰਾਂ ਦੇ ਚਰਨਾਂ 'ਚ ਆ ਗਈ ਜੀ, ਗਲ ਵਿੱਚ ਪੱਲੂ ਪਾਇਆ, ਹੱਥ ਬੰਨ ਕੇ ਖੜੇ ਹੋ ਗਏ ਸਤਿਗੁਰਾਂ ਦੇ ਚਰਨਾਂ 'ਚ, ਅੱਗੇ ਆ ਗਏ ਤੇ ਆਖਣ ਲੱਗੇ, ਸਤਿਗੁਰੂ ਜੀ ਕਿਰਪਾ ਕਰੋ, ਤੁਸਾਂ ਨੇ ਆਨੰਦਪੁਰ ਸਾਹਿਬ ਵਚਨ ਕੀਤਾ ਸੀ। ਕਹਿੰਦੇ ਕੀ? ਜਦੋਂ ਇੱਕ ਸਿੱਖ ਬਾਣੀ ਪੜ੍ਹ ਰਿਹਾ ਸੀ ਤੇ ਦੂਜੇ ਨੇ ਸੁਣੀ, ਉਹ ਬਾਣੀ ਗਲਤ ਪੜ੍ਹ ਰਿਹਾ ਸੀ। ਉਹ ਕਹਿੰਦਾ ਕਰਤੇ ਕੀ ਕਰਤਾ ਜਾਣੈ, ਕਹਿੰਦਾ ਕੀ ਜਾਣੈ ਗੁਰਸੂਰਾ, ਕਹਿ ਦੀ ਥਾਂ ਮੈਂ ਕੇ ਉਹਨੇ ਲਾਇਆ। ਤੇ ਉਹ ਜਿਹੜਾ ਤਤ ਖਾਲਸਾ ਸੀ ਹੁੰਦੇ ਨੇ, ਉਹਦੇ ਥੱਪੜ ਮਾਰਿਆ ਜੀ, ਚਪੇੜਾ ਮਾਰਿਆ। ਕਹਿੰਦਾ ਬਾਣੀ ਗਲਤ ਪੜ੍ਹਦਾ, ਬਾਣੀ ਗਲਤ ਪੜ੍ਹ ਰਿਹਾ ਤੂੰ। ਗੁੱਸੇ ਵਿੱਚ ਆ ਕੇ ਥੱਪੜ ਮਾਰੇ। ਸ਼ਿਕਾਇਤ ਮਹਾਰਾਜ ਦੇ ਕੋਲ ਆਈ, ਸ਼ਿਕਾਇਤ ਮਹਾਰਾਜ ਦੇ ਕੋਲ ਆਉਣਾ ਹੋਈ। ਉਹ ਆ ਗਿਆ ਜਿਹਦੇ ਚਪੇੜਾ ਮਾਰਿਆ ਸੀ। ਉਹ ਕਹਿੰਦਾ ਮਹਾਰਾਜ ਤੁਹਾਡੇ ਸਿੱਖ ਨੇ ਮੇਰੇ ਚਪੇੜਾ ਮਾਰਿਆ। ਬੁਲਾਇਆ ਉਹਨੂੰ, ਕਹਿੰਦੇ ਹਾਂ ਵੀ ਮਾਰਿਆ। ਕਹਿੰਦਾ ਜੀ ਮਾਰਿਆ ਸੱਚ ਹੈ, ਮੈਂ ਕਿਹੜਾ ਮੁਕਰਦਾ, ਮਾਰਿਆ ਜ਼ਰੂਰ ਮਾਰਿਆ, ਪਰ ਇਹਨੂੰ ਇਹ ਵੀ ਤਾਂ ਪੁੱਛੋ ਵੀ ਕਿਉਂ ਮਾਰਿਆ, ਕਿਉਂ ਮਾਰਿਆ? ਕਹਿੰਦੇ ਉਹ ਕਹਿੰਦਾ ਮਹਾਰਾਜ ਇਹ ਬਾਣੀ ਪੜ੍ਹ ਰਿਹਾ ਸੀ ਗਲਤ, ਗਲਤ ਬਾਣੀ ਪੜ੍ਹਦੇ ਤੇ ਮੈਂ ਚਪੇੜਾ ਮਾਰਿਆ। ਇਹਨੂੰ ਮੈਂ ਕਿਹਾ ਸੀ ਵੀ ਸਹੀ ਪੜ੍ਹ, ਇਹ ਅੱਗੋਂ ਮੈਨੂੰ ਘੂਰਦਾ ਸੀ, ਸਗੋਂ ਮੈਂ ਸਮਝਾਇਆ, ਸਮਝਿਆ ਨਾ, ਫਿਰ ਮੈਂ ਮਾਰਿਆ। ਕਹਿੰਦੇ ਕਿਉਂ ਵੀ ਸਿੰਘਾ? ਕਹਿੰਦਾ ਹਾਂ ਜੀ, ਬਸ ਆਹੀ ਵਚਨ ਸੀ ਜੀ। ਕਹਿੰਦਾ ਵੀ ਕਹਿ ਦੀ ਥਾਂ ਮੈਂ ਕੀ ਕਹਿ ਰਿਹਾ ਸੀ।
ਗੁਰੂ ਸਾਹਿਬ ਆਖਣ ਲੱਗੇ, ਸਿੰਘਾ ਬਾਣੀ ਗਲਤ। ਕਹਿੰਦੇ ਕੀ ਹੋਇਆ ਜੇ ਇੱਕੇ ਨੇ ਚਪੇੜਾ ਮਾਰਿਆ? ਤੂੰ ਵੀ ਏਦਾਂ ਬਾਣੀ ਰੋਜ਼ ਗਲਤ ਪੜ੍ਹਦੇ ਹੋਏ ਚਪੇੜੀ ਮਾਰਦਾ। ਸਮਝਾਉਣ ਦਾ ਤਰੀਕਾ, ਸਲੀਕਾ। ਉਹ ਕਹਿੰਦੇ ਮਹਾਰਾਜ ਫਿਰ ਐ ਤਾਂ ਅਸੀਂ ਤਕਰੀਬਨ ਸਾਰੇ ਰੋਜ਼ ਪੜ੍ਹਨੇ ਆ, ਫਿਰ ਤੁਸੀਂ ਕਿਰਪਾ ਕਰੋ ਬਾਣੀ ਸ਼ੁੱਧ ਪੜ੍ਹਾਓ, ਬਾਣੀ ਸ਼ੁੱਧ ਪੜ੍ਹਾਉਣਾ ਕਰੋ, ਮਿਹਰ ਕਰੋ ਤੁਸੀਂ। ਮਹਾਰਾਜ ਆਖਣ ਲੱਗੇ, ਭਾਈ ਅਜੇ ਸਮਾਂ ਨਹੀਂ, ਅਜੇ ਜੰਗਾਂ ਯੁੱਧਾਂ ਦਾ ਸਮਾਂ ਹੈ। ਜੰਗਾਂ ਯੁੱਧਾਂ ਦੇ ਸਮੇਂ ਤੋਂ ਵਿਹਲੇ ਹੋ ਕੇ ਤੁਹਾਨੂੰ ਅਸੀਂ ਬਾਣੀ ਪੜ੍ਹਾਵਾਂਗੇ, ਬਾਣੀ ਸ਼ੁੱਧ ਅਰਥ ਕਰਾਵਾਂਗੇ। ਦਵਾਂ ਸਭਾ ਆ ਕੇ ਮਹਾਰਾਜ ਚੇ ਪਾਤਸ਼ਾਹ ਨੇ ਯੁੱਧਾਂ ਦਾ ਕਮਰ ਕੱਸਾ ਖੋਲ ਦਿੱਤਾ। ਉਸ ਤੋਂ ਬਾਅਦ ਕੋਈ ਜੰਗ ਯੁੱਧ ਨਹੀਂ ਕੀਤਾ ਗੁਰੂ ਸਾਹਿਬ ਨੇ। ਜੰਗਾਂ ਦਾ ਯੁੱਧਾਂ ਦਾ ਕਮਰ ਕੱਸਾ ਖੋਲ ਦਿੱਤਾ ਜੀ। ਤਾਂ ਯੁੱਧਾਂ ਤੋਂ ਆ ਕੇ ਮਹਾਰਾਜ ਨੇ ਦਮ ਲਿਆ, ਜੰਗਾਂ ਤੋਂ ਦਮ ਲਿਆ। ਉਸ ਤੋਂ ਬਾਅਦ ਜੰਗ ਨਹੀਂ ਕੀਤਾ। ਸੰਗਤ ਨੇ ਆਖਿਆ ਮਹਾਰਾਜ ਸ਼ੁੱਧ ਅਰਥ ਪੜ੍ਹਾਓ। ਮਹਾਰਾਜ ਕਹਿੰਦੇ ਸਮਾਂ ਆਏਗਾ, ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਕਮਰ ਕੱਸਾ ਖੋਲ ਕੇ ਅਰਥ ਕਰਾਵਾਂਗੇ, ਪੜ੍ਹਾਵਾਂਗੇ ਸ਼ੁੱਧ ਬਾਣੀ। ਕਹਿੰਦੇ ਜੀ ਠੀਕ ਹੈ। ਸਲੋ ਵਚਨ ਹੋਇਆ ਜੀ। ਪਹੁੰਚ ਗਏ ਦਮਦਮਾ ਸਾਹਿਬ ਤੇ ਕਰ ਦਿੱਤਾ ਵਚਨ ਕਿ ਅੱਜ ਤੋਂ ਬਾਅਦ ਜੰਗ ਯੁੱਧ ਨਹੀਂ ਹੋਣਗੇ। ਫਿਰ ਸੰਗਤ ਨੂੰ ਮਹਾਰਾਜ ਦੇ ਕੀਤੇ ਹੋਏ ਵਚਨ ਯਾਦ ਆਏ ਤੇ ਪੱਲੂ ਪਾ ਕਰਕੇ ਆਪਣੇ ਗਲਾਂ ਵਿੱਚ ਆ ਗਏ। ਮਹਾਰਾਜ ਕਿਰਪਾ ਕਰੋ, ਤੁਸਾਂ ਵਚਨ ਕੀਤਾ ਸੀ ਕਿ ਸ਼ੁੱਧ ਅਰਥ ਪੜ੍ਹਾਵਾਂਗੇ, ਬਾਣੀ ਸ਼ੁੱਧ ਪੜ੍ਹਾਵਾਂਗੇ। ਹੁਣ ਜੰਗਾਂ ਯੁੱਧਾਂ ਤੋਂ ਵਿਹਲੇ ਆ, ਕਿਰਪਾ ਕਰੋ, ਮਿਹਰ ਕਰੋ ਤੁਸੀਂ। ਕਹਿੰਦੇ ਚਲੋ ਠੀਕ ਹੈ ਭਾਈ। ਤਿਆਰੀਆਂ ਹੋਈਆਂ। ਫਿਰ ਏਦਾਂ ਕਰੋ, ਕਹਿੰਦੇ ਜਿਹੜੀ ਗੁਰੂ ਅਰਜਨ ਸਾਹਿਬ ਜੀ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਾਉਣਾ ਕੀਤੀ ਭਾਈ ਗੁਰਦਾਸ ਜੀ ਤੋਂ, ਜੋ ਕਰਤਾਰਪੁਰ ਸਾਹਿਬ, ਇੱਕ ਉਹਦਾ ਉਤਾਰਾ ਹੋਇਆ ਪਿੰਡ ਬਡਾਲੀ 6ਵੇਂ ਪਾਤਸ਼ਾਹ ਵੱਲੋਂ। ਉਹ ਦੁਸਰੂਪ ਨੇ। ਤੁਸੀਂ ਕਰਤਾਰਪੁਰ ਜਾਓ, ਜਿਹੜਾ ਜਲੰਧਰ ਦੇ ਕੋਲ ਹੈ, ਉੱਥੇ ਜਾਓ, ਉਥੋਂ ਸਰੂਪ ਲੈ ਕੇ ਆਓ ਜੋ ਭਾਈ ਗੁਰਦਾਸ ਜੀ ਨੇ ਲਿਖਿਆ, ਗੁਰੂ ਅਰਜਨ ਸਾਹਿਬ ਜੀ ਨੇ ਲਿਖਾਉਣਾ ਕੀਤਾ ਧੀਰ ਮੱਲੀਆਂ ਦੇ ਕੋਲ। ਫਿਰ ਮਹਾਰਾਜ ਨੇ ਸਾਧ ਸੰਗਤ ਜੀ ਦਮਦਮਾ ਸਾਹਿਬ ਤੋਂ 25 ਸਿੰਘ ਭੇਜੇ ਨੰਗੇ ਪੈਰੀ। ਦਮਦਮਾ ਸਾਹਿਬ ਤੋਂ 25 ਸਿੰਘ ਭੇਜਣਾ ਕੀਤੇ ਸਰੂਪ ਲੈਣ ਦੇ ਲਈ। 25 ਸਿੰਘ ਪੈਦਲ ਗਏ ਜੀ ਨੰਗੇ ਪੈਰੀ ਯਾਤਰਾ ਕਰਕੇ। ਉੱਥੇ ਪਹੁੰਚੇ ਨੇ ਧੀਰ ਮੱਲੀਆਂ ਦੇ ਕੋਲ ਤੇ ਜਾ ਕੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੰਗਵਾਉਣਾ ਕੀਤਾ, ਕਿਰਪਾ ਕਰੋ ਤੁਸੀਂ, ਕਿਉਂਕਿ ਮਹਾਰਾਜ ਨੇ ਬਾਣੀ ਸ਼ੁੱਧ ਪੜ੍ਹਾਉਣੀ ਆ, ਸ਼ੁੱਧ ਅਰਥ ਕਰਾਉਣੇ ਨੇ। ਸੰਗਤਾਂ ਦੀ ਬੇਨਤੀ ਆ। ਤੇ ਅੱਗੋਂ ਉਹਨਾਂ ਨੇ ਮਿਹਣਾ ਮਾਰਿਆ। ਉਹ ਕਹਿੰਦੇ ਅਸੀਂ ਨਹੀਂ ਦਿੰਦੇ। ਇਹ ਨਹੀਂ ਵੀ ਵਿਰੋਧਤਾ ਸੀ, ਵਿਰੋਧਤਾ ਦੀ ਗੱਲ ਨਹੀਂ, ਗੱਲ ਉਹਨਾਂ ਦੀ ਸੀ ਕਾਰ ਭੇਟਾ ਦੀ। ਛਾਪੇ ਦੇ ਛਪਾਈ ਦੇ ਸਾਧਨ ਹੈ ਨਹੀਂ ਸੀ ਕਿ ਜੇ ਸਰੂਪ ਲੈ ਗਏ ਸਾਡੇ ਕੋਲ, ਸੰਗਤਾਂ ਦੀ ਜਿਹੜੀ ਕਾਰ ਭੇਟਾ ਆਉਂਦੀ ਆ ਉਹ ਆਉਣੋਂ ਹਟ ਜਾਣੀ ਆ, ਲੋਕਾਂ ਨੇ ਆਉਣੋਂ ਹਟ ਜਾਣਾ। ਕਾਰ ਭੇਟਾ ਆਉਣੀ ਨਹੀਂ, ਭੇਟਾ ਚੜ੍ਹਨੀ ਨਹੀਂ, ਸਾਡਾ ਗੁਜ਼ਾਰਾ ਨਹੀਂ ਚੱਲਣਾ। ਗੱਲ ਤਾਂ ਇਹ ਸੀ ਵਿੱਚੋਂ। ਉਹਨਾਂ ਨੇ ਜਵਾਬ ਦਿੱਤਾ ਤੇ ਅੱਗੋਂ ਫਿਰ ਮਿਹਣਾ ਵੀ ਦਿੱਤਾ। ਕਹਿੰਦੇ ਜੇ ਆਪਣਾ ਤੁਹਾਡਾ ਗੁਰੂ ਗੁਰੂ ਨਾਨਕ ਦਾ ਸਰੂਪ ਖਵਾਉਂਦਾ, 10ਵੀਂ ਜੋਤ ਖਵਾਉਂਦਾ, ਫਿਰ ਆਪ ਰਚ ਲੈ ਬਾਣੀ, ਆਪ ਰਚ ਲੈ ਬਾਣੀ। ਜੇ ਇੰਨਾ ਵੱਡਾ ਗੁਰੂ ਹੈ ਫਿਰ ਬਾਣੀ ਆਪ ਕਿਉਂ ਨਹੀਂ ਰਚ ਲੈਂਦਾ? ਜੇ ਗੁਰੂ ਨਾਨਕ ਦੀ ਜੋਤ ਹੈ ਫਿਰ ਤੁਹਾਨੂੰ ਜਵਾਨੀ ਯਾਦ ਹੋਣੀ ਚਾਹੀਦੀ ਹੈ। 25 ਸਿੰਘ ਗਏ ਸਨ, ਮਰਿਆਦਾ ਸੀ, ਤੇ ਅੱਜ ਕਿੰਨੇ ਕੁ ਤੁਰਦੇ ਨੇ? ਚਲੋ ਆਪਣੇ ਦਾ ਕਿਰਪਾ ਮਾਲਕ ਦੀ, ਆਪਣੇ ਨਗਰ ਤੇ ਬਹੁਤ ਮਿਹਰ ਆ ਜੀ। ਪਿੰਡਾਂ 'ਚ ਦੇਖੀ ਨਾ ਜੀ, ਸਤਿਗੁਰਾਂ ਦੇ ਨਾਲ ਕੋਈ ਜਾਣ ਵਾਲਾ ਲੱਭਦੀ ਨਹੀਂ। ਖਿਸਕਣ ਜੇ ਲੱਗ ਜਾਂਦੇ ਨੇ, ਆ ਜਾ ਭਾਈ ਮਹਾਰਾਜ ਸਰੂਪ ਲੈ ਕੇ ਜਾਣਾ, ਸਤਿਗੁਰਾਂ ਦਾ ਸਰੂਪ ਲੈਣ ਜਾਣਾ ਜਾਂ ਛੱਡਣ ਜਾਣਾ ਗੁਰਦੁਆਰਾ ਸਾਹਿਬ। ਖਿਸਕਣ ਜੇ ਲੱਗ ਜਾਂਦੇ ਨੇ, ਪਰਾਂ ਨੂੰ ਭੱਜਦੇ ਨੇ ਕਿ ਮੈਨੂੰ ਨਾ ਕੋਈ ਕਹਿ ਦੇ, ਮੈਂ ਤਾਂ ਆਹ ਕਰਨਾ, ਮੈਂ ਤਾਂ ਉਹ ਕਰਨਾ, ਕਿੱਥੇ ਬਖਸ਼ੇ ਜਾਵਾਂਗੇ।
ਸਾਨੂੰ ਅਣਖ ਤਾਂ ਆਉਂਦੀ ਆ ਮਹਾਰਾਜ ਦੇ ਸਰੂਪ ਨਾਲ ਜਾਂਦੇ ਹਨ। ਮਹਾਰਾਜ ਦੇ ਕੋਲ ਬੈਠਿਆਂ ਨੂੰ ਅਣਖ ਆਉਂਦੀ ਆ, ਸ਼ਰਮ ਆਉਂਦੀ ਆ। ਮਰਿਆਦਾ ਸੀ 25 ਸਿੰਘਾਂ ਦੀ, 25 ਤੋਂ ਹੌਲੀ ਹੌਲੀ 5 ਤੇ ਆ ਗਈ। ਕਈ ਪਿੰਡਾਂ 'ਚ 5 ਵੀ ਨਹੀਂ ਲੱਭਦੇ। ਕਈ ਵਾਰ ਤਾਂ ਕੋਈ ਜਵਾਕ ਬੱਚੇ ਹੀ ਜਾਂ ਧੀ ਭੈਣ ਮਾਈ ਤੋਰਨੀ ਪੈਂਦੀ ਆ ਨਾਲ। ਮਰਿਆਦਾ ਫਿਰ ਕਹਿੰਦੇ ਆ ਜੀ ਖੁਸ਼ੀਆਂ ਨਹੀਂ ਮਿਲਦੀਆਂ, ਕਿਰਪਾ ਨਹੀਂ ਮਿਲਦੀ ਮਹਾਰਾਜ ਦੀ। ਪਾਠ ਵੀ ਕਰਾਉਂਦਾ ਬੰਦਾ, ਬਸ ਉਹਨੂੰ ਰਿਸ਼ਤੇਦਾਰ ਸਾਂਭਣ ਤੋਂ ਵਿਹਲ ਨਹੀਂ ਹੁੰਦੀ, ਆਪਣੀਆਂ ਟੌਰਾਂ ਤੋਂ ਵਿਹਲ ਨਹੀਂ ਹੁੰਦੀ, ਰਿਸ਼ਤੇਦਾਰਾਂ ਨੂੰ ਉਡੀਕਣ ਤੋਂ ਵਿਹਲ ਨਹੀਂ ਹੁੰਦੀ। ਇਹ ਨਹੀਂ ਵੀ ਨਾ ਉਡੀਕੋ, ਨਾ ਸਜੋ ਧਜੋ, ਸਤਿਗੁਰਾਂ ਦਾ ਅਦਬ ਜ਼ਰੂਰੀ ਆ। ਤੇ ਸਾਨੂੰ ਤਾਂ ਚਿੰਤਾ ਲੱਗ ਜਾਂਦੀ ਹੈ ਕਿ ਮੈਨੂੰ ਨਾ ਨਾਲ ਜਾਣ ਨੂੰ ਕੋਈ ਕਹਿ ਦੇ, ਡਰ ਲੱਗਦਾ ਜੀ। ਸ਼ਰਮ ਮਹਿਸੂਸ ਕਰਨੇ ਅਸੀਂ ਮਹਾਰਾਜ ਦੇ ਨਾਲ ਜਾਂਦੇ ਹਾਂ, ਸ਼ਰਮ, ਡਰ ਲੱਗਦਾ ਮਹਾਰਾਜ ਦੇ ਕੋਲ ਲੱਗਦੇ ਆ। ਫਿਰ ਖੁਸ਼ੀਆਂ ਕਿੱਥੋਂ ਲੈ ਲਾਂਗੇ ਜਦ ਅਸੀਂ ਮਰਿਆਦਾ ਹੀ ਤੋੜਤੀ, ਮਰਿਆਦਾ 'ਚ ਹੀ ਨਹੀਂ ਰਹੇ। ਉਹਦੀ ਕਿਰਪਾ ਕਿਵੇਂ ਹੋ ਜਾਏਗੀ? 25 ਸਿੰਘਾਂ ਦੀ ਮਰਿਆਦਾ ਸੀ, ਪੈਦਲ ਗਏ ਸਨ, ਉਹ ਵੀ ਨੰਗੇ ਪੈਰੀ। ਡਰ ਲੱਗਦਾ ਸਾਨੂੰ ਨੰਗੇ ਪੈਰੀ ਤੁਰਨ ਤੋਂ। ਅਦਬ ਘਟ ਗਿਆ, ਖੁਸ਼ੀਆਂ ਵੀ ਫਿਰ ਗਈਆਂ ਆਈਆਂ ਘਰਾਂ ਚੋਂ। ਜਿੱਥੇ ਅਦਬ ਹੈ ਉੱਥੇ ਖੁਸ਼ੀਆਂ ਨੇ ਮਹਾਰਾਜ ਦੀਆਂ। ਸਰੋਹ ਵਿਚਾਰ ਉਹਨਾਂ ਨੂੰ ਜਵਾਬ ਦੇ ਦਿੱਤਾ ਕਿ ਜੇ ਗੁਰੂ ਖਵਾਉਂਦਾ ਆਪ ਰਚ ਲੈ ਬਾਣੀ। ਤੇ ਗੁਰਮੁਖੋ ਸਿੰਘ ਜਿਹੜੇ ਸੀ ਗਏ 25 ਸਾਰੇ ਨਾਰਾਜ਼ ਹੋ ਗਏ, ਮਹਾਰਾਜ ਦੇ ਚਰਨਾਂ 'ਚ ਵਾਪਸ ਆ ਗਏ। ਦਮਦਮਾ ਸਾਹਿਬ ਜੇ ਆ ਕੇ ਦੱਸਣਾ ਕੀਤਾ ਮਹਾਰਾਜ ਏਦਾਂ ਵਿਚਾਰ ਹੋਈ। ਤੇ ਨਾਲੇ ਉਹਨਾਂ ਨੇ ਕਿਹਾ ਕਿ ਜੇ ਉਹ 10ਵਾਂ ਗੁਰੂ ਨਾਨਕ ਖਵਾਉਂਦਾ ਫਿਰ ਆਪ ਰਚ ਲੈ ਬਾਣੀ, ਆਪ ਰਚ ਲੈ ਬਾਣੀ। ਮਹਾਰਾਜ ਹੁਣ ਕੀ ਕਰੀਏ? ਫਿਰ ਇੱਕ ਬਡਾਲੀ ਪਿੰਡ 'ਚ ਮਹਾਰਾਜ ਜੀ ਸਰੂਪ ਹੈ, ਉੱਥੇ ਛੇਵੇਂ ਪਾਤਸ਼ਾਹ ਜੀ ਦੇ ਸਾਧੂ ਜੀ ਦੇ ਕੋਲ ਉਹ ਸਰੂਪ ਹੈ, ਉਹ ਲਿਆਉਣੇ। ਉਹ ਕਹਿੰਦੇ ਨਹੀਂ ਭਾਈ, ਫਿਰ ਉੱਥੇ ਫਿਰ ਭੁਲੇਖਾ ਪੈ ਜਾਣਾ ਹੈ। ਜੇ ਹੁਣ ਬਾਣੀ ਨਾ ਰਚੀ, ਬਾਣੀ ਨਾ ਰਚਨਾ ਕੀਤੀ ਤਾਂ ਸਿੱਖਾਂ 'ਚ ਇਹ ਭੇਦ ਪੈ ਜਾਏਗਾ, ਸ਼ੰਕਾ ਖੜੀ ਹੋ ਜਾਣੀ ਹੈ ਕਿ ਗੁਰੂ ਨਾਨਕ ਹੋਰ ਸੀ, ਬਾਜਾਂ ਵਾਲਾ ਹੋਰ ਸੀ। ਹੁਣ ਉਹਨਾਂ ਨੇ ਬੋਲੀ ਮਾਰੀ ਆ, ਮਿਹਣਾ ਮਾਰਿਆ। ਹੁਣ ਉਹ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਬਾਣੀ ਉਚਾਰਾਂਗੇ, ਕਿਰਪਾ ਹੋਏਗੀ ਮਾਲਕ ਦੀ, ਉਹ ਹੱਥ ਰੱਖੇਗਾ ਸਿਰ ਪਰ, ਆਪਾਂ ਬਾਣੀ ਉਚਾਰਾਂਗੇ। ਫਿਰ ਤਿਆਰੀਆਂ ਹੋਈਆਂ ਜੀ, ਸਾਰੀ ਤਿਆਰੀ ਹੋਈ, ਮੁਕੰਮਲਤਾ ਹੋ ਗਈ। ਬਾਣੀ ਉਚਾਰਨ ਵਾਸਤੇ ਸੰਗਤਾਂ ਸਜ ਗਈਆਂ, ਵਹਿ ਗਈਆਂ। ਫਿਰ ਅੱਗੇ ਕਿਵੇਂ ਤਿਆਰੀ ਹੋਈ, ਕਿਵੇਂ ਬਾਣੀ ਦਾ ਉਚਾਰਨ ਹੋਇਆ, ਕਿਤਨਾ ਕੁ ਸਮਾਂ ਲੱਗਿਆ, ਇਹ ਵਿਚਾਰਾਂ ਅੱਗੇ ਵਿਚਾਰਾਂਗੇ। ਇੱਥੇ ਸਮਾਪਤੀ ਹੈ। ਮਾਲਕ ਮਿਹਰ ਕਰੇ, ਸਭ ਦੀਆਂ ਬੇਨਤੀਆਂ ਮਨੋਕਾਮਨਾਵਾਂ ਪੂਰੀਆਂ ਕਰੇ। ਇਸੇ ਤਰ੍ਹਾਂ ਸੰਗਤਾਂ ਦੇ ਦਰਸ਼ਨ ਮੇਲੇ ਹੁੰਦੇ ਰਹੇ।